ਮਹਿਲਾ ਪਹਿਲਾ। ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨ ਕੋਏ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਸੂਤਕ ਕਿਉਂ ਕਰ ਰੱਖੀਐ ਸੂਤਕ ਪਵੈ ਰਸੋਏ। ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੈ ਧੋਏ। ਮਹਿਲਾ ਪਹਿਲਾ। ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ। ਅੱਖੀਂ ਸੂਤਕ ਵੇਖਣਾ ਪਰ ਤ੍ਰੇ ਪਰ ਧਨ ਰੂਪ। ਕੰਨੀ ਸੂਤਕ ਕੰਨ ਪੈ ਲਾਇ ਤਬਾਰੀ ਖਾਹੇ। ਨਾਨਕ ਹੰਸਾਂ ਆਦਮੀ ਬੱਧੇ ਜੰਮਪੁਰ ਜਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਮੁੱਚੇ ਸੰਸਾਰ ਅੰਦਰ ਵਿਚਰ ਕੇ ਤਥਾ ਕਰਤਾਰਪੁਰ ਸਾਹਿਬ ਵਿਖੇ ਟਿਕ ਕੇ ਬਾਣੀ ਦਾ ਉਚਾਰਨ ਕੀਤਾ ਤੇ ਲੋਕਾਂ ਦੇ ਭਰਮ ਭੁਲੇਖੇ ਦੂਰ ਕੀਤੇ। ਜਿਹੜੇ ਗੁਰੂ ਕੇ ਸਿੱਖ ਗੁਰੂ ਕੀ ਸਿੱਖਿਆ ਨੂੰ ਮੰਨਦੇ ਹਨ ਉਹ ਤੇ ਇਹਨਾਂ ਭਰਮਾਂ ਭੁਲੇਖਿਆਂ ਤੋਂ ਬਚ ਨਿਕਲੇ। ਪਰ ਹਾਲੀ ਵੀ ਜਿਹੜੇ ਅਖਵਾਉਂਦੇ ਗੁਰਸਿੱਖ ਨੇ ਪਰ ਗੁਰੂ ਦੀ ਮੱਤ ਨੂੰ ਮੰਨਦੇ ਨਹੀਂ, ਉਹ ਹਾਲੀ ਵੀ ਇਹਨਾਂ ਭਰਮਾਂ ਦਾ ਸ਼ਿਕਾਰ ਹਨ। ਸਾਡਾ ਉਦਮ ਚੜ੍ਹਦੀ ਕਲਾ ਰਾਹੀਂ ਇਸ ਬਾਣੀ ਦੀ ਵਿਆਖਿਆ ਵਿਚਾਰ ਕਰਨ ਦਾ ਇਹੋ ਹੀ ਹੈ ਕਿ ਸਮੁੱਚੇ ਸੰਸਾਰ ਦੇ ਅੰਦਰ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਇਹ ਸਿਧਾਂਤ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਦੀਵਾ ਬਲੇ ਅੰਧੇਰਾ ਜਾਏ। ਤੋ ਬ੍ਰਾਹਮਣ ਨੇ ਕਈ ਤਰ੍ਹਾਂ ਦੇ ਭਰਮ ਭੋਲੇ ਭਾਲੇ ਮਨੁੱਖਾਂ ਵਿੱਚ ਪੈਦਾ ਕੀਤੇ। ਉਹਨਾਂ ਵਿੱਚੋਂ ਇਹ ਦੋ ਅੱਖਰ ਆਮ ਪ੍ਰਚਲਿਤ ਨੇ, ਇੱਕ ਸੂਤਕ ਇੱਕ ਪਾਤਕ। ਸੂਤਕ ਜਦੋਂ ਕਿਸੇ ਜੀਵ ਦਾ ਜਨਮ ਹੁੰਦਾ ਤੇ ਬ੍ਰਾਹਮਣ ਕਹਿੰਦੇ ਨੇ ਇਹਦੇ ਘਰ ਸੂਤਕ ਆ ਗਏ। ਤੇ ਜਦੋਂ ਕਿਸੇ ਦਾ ਅੰਤਕਾਲ ਹੋ ਜਾਂਦਾ ਫਿਰ ਉਹ ਕਹਿੰਦੇ ਨੇ ਪਾਤਕ ਹੋ ਗਿਆ। ਫਿਰ ਉਸ ਘਰ ਨੂੰ ਅਪਵਿੱਤਰ ਪਿੱਟਿਆ ਹੋਇਆ ਮੰਨਿਆ ਜਾਂਦਾ ਤੇ ਬ੍ਰਾਹਮਣ ਉਹਨਾਂ ਦੇ ਘਰ ਭੋਜਨ ਨਹੀਂ ਖਾਂਦੇ। ਸੰਪਰਦਾਈ ਟੀਕਾਕਾਰਾਂ ਨੇ ਬੜੀ ਸੁੰਦਰ ਇੱਕ ਸਾਖੀ ਲਿਖੀ ਕਿ ਕਰਤਾਰਪੁਰ ਦੇ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਰਾਜਮਾਨ ਹਨ। ਕਰਤਾਰਪੁਰ ਨਗਰ ਵਿੱਚ ਵਸਣ ਵਾਲੇ ਕਿਸੇ ਪ੍ਰੇਮੀ ਨੇ ਆਪਣੇ ਘਰ ਬਹੁਤ ਸਾਰੇ ਬ੍ਰਾਹਮਣਾਂ ਤੇ ਸਾਧੂਆਂ ਦਾ ਲੰਗਰ ਕੀਤਾ ਹੋਇਆ। ਪੰਗਤਾਂ ਲੱਗ ਚੁੱਕੀਆਂ ਹਨ, ਲੰਗਰ ਤਿਆਰ ਹੈ। ਐਨ ਉਸ ਵੇਲੇ ਉਸ ਪ੍ਰੇਮੀ ਦੇ ਘਰ ਦਾਈ ਨੇ ਆ ਕੇ ਦੱਸਿਆ ਕਿ ਵਧਾਈ ਹੋਵੇ, ਤੁਹਾਡੇ ਘਰ ਪਰਮਾਤਮਾ ਨੇ ਪੁੱਤਰ ਦਿੱਤਾ। ਉਹ ਪ੍ਰੇਮੀ ਤੇ ਬੜਾ ਖੁਸ਼ ਹੋਇਆ, ਪਰ ਉਹ ਜਿਹੜੀਆਂ ਬ੍ਰਾਹਮਣਾਂ ਤੇ ਸਾਧੂਆਂ ਦੀਆਂ ਪੰਗਤਾਂ ਲੱਗੀਆਂ ਸਨ ਉਹ ਸਾਰੇ ਉੱਠ ਕੇ ਚਲੇ ਗਏ। ਉਹਨਾਂ ਨੇ ਲੰਗਰ ਨਹੀਂ ਛਕਿਆ। ਉਹਨਾਂ ਨੂੰ ਭਰਮ ਹੋ ਗਿਆ ਕਿ ਇਹਦੇ ਘਰ ਸੂਤਕ ਹੋ ਗਿਆ ਤੇ ਜਿਹਦੇ ਘਰ ਸੂਤਕ ਹੋ ਜਾਏ ਉਹ ਅਪਵਿੱਤਰ ਹੋ ਜਾਂਦਾ। ਉਹ ਪ੍ਰੇਮੀ ਬੜਾ ਨਿਰਾਸ਼ ਹੋਇਆ। ਭਾਈ 200 ਬੰਦੇ ਦਾ ਲੰਗਰ ਹੈ ਤੇ ਹੁਣ ਜਿਨ੍ਹਾਂ ਲਈ ਬਣਾਇਆ ਉਹ ਤੇ ਉੱਠ ਕੇ ਚਲੇ ਗਏ, ਮੈਂ ਕੀ ਕਰਾਂ।
ਉਹਦੀ ਉਦਾਸੀ ਦੇਖ ਕੇ ਕਿਸੇ ਗੁਰੂ ਕੇ ਸਿੱਖ ਨੇ ਆਖਿਆ, ਤੈਨੂੰ ਉਦਾਸ ਹੋਣ ਦੀ ਕੋਈ ਲੋੜ ਨਹੀਂ, ਤੂੰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਜਾ। ਉਹ ਆਪਣੇ ਸਿੱਖਾਂ ਨੂੰ ਭੇਜਣਗੇ, ਤੇਰਾ ਲੰਗਰ ਲੇਖੇ ਲੱਗ ਜਾਏਗਾ। ਖੈਰ ਉਹ ਮਹਾਰਾਜ ਦੀ ਸੇਵਾ ਵਿੱਚ ਆਇਆ ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਨਾਲ ਆ ਹੋਇਆ, ਮੈਂ 200 ਬੰਦੇ ਦਾ ਲੰਗਰ ਤਿਆਰ ਕੀਤਾ, ਪੰਗਤਾਂ ਲੱਗੀਆਂ ਹੋਈਆਂ ਸਨ। ਉਸ ਵੇਲੇ ਆ ਕੇ ਦਾਈ ਨੇ ਇਹ ਖੁਸ਼ੀ ਦੀ ਖਬਰ ਦਿੱਤੀ ਕਿ ਤੇਰੇ ਘਰ ਪਰਮਾਤਮਾ ਨੇ ਪੁੱਤਰ ਭੇਜਿਆ। ਇੰਨੀ ਸੁਣਦਿਆਂ ਸਾਰ ਉਹ ਬ੍ਰਾਹਮਣ ਤੇ ਸਾਧੂ ਸਭ ਛੂਤ ਛੂਤ ਕਰਕੇ ਚਲੇ। ਹੁਣ ਮੇਰਾ ਬਣਿਆ ਲੰਗਰ ਕਿਹੜੇ ਲੇਖੇ? ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਕੋਈ ਘਬਰਾਉਣ ਦੀ ਲੋੜ ਨਹੀਂ। 200 ਸਿੰਘ ਭੇਜੇ, ਉਹਦਾ ਲੰਗਰ ਸਫਲ ਹੋ ਗਿਆ। ਪਰ ਜਦੋਂ ਬ੍ਰਾਹਮਣਾਂ ਨੂੰ ਤੇ ਸਾਧੂਆਂ ਨੂੰ ਪਤਾ ਲੱਗਾ, ਉਹ ਸਾਰੇ ਇਕੱਠੇ ਹੋ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਵਿਚਾਰ ਵਟਾਂਦਰਾ ਕਰਨ ਲਈ ਆ ਗਏ ਵੀ ਤੁਸੀਂ ਇਹ ਕੀ ਕੀਤਾ? ਤੁਸੀਂ ਸੂਤਕ ਵਾਲਿਆਂ ਦੇ ਘਰ ਆਪਣੇ ਸਿੱਖ ਭੇਜੇ ਤੇ ਸਿੱਖਾਂ ਨੂੰ ਸੂਤਕ ਦੇ ਵਿੱਚ ਪ੍ਰਸ਼ਾਦਾ ਛਕਵਾਇਆ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣਗੇ, ਬੈਠੋ, ਆਓ ਤੁਹਾਨੂੰ ਦਸੀਏ ਅਸਲੀ ਸੂਤਕ ਕਿਹੜਾ ਹੈ ਤੇ ਕਿਹੜੇ ਸੂਤਕ ਤੋਂ ਬਚਣਾ ਚਾਹੀਦਾ, ਤੇ ਜਿਹੜਾ ਤੁਸੀਂ ਇਹ ਸੂਤਕ ਦੀ ਪਰੰਪਰਾ ਵਹਿਮ ਦੀ ਚਲਾਈ ਹੈ ਬਿਲਕੁਲ ਗਲਤ ਹੈ। ਉਦੋਂ ਮਹਾਰਾਜ ਨੇ ਇਹ ਸ਼ਲੋਕ ਉਚਾਰਨ ਕੀਤਾ, ਜੇ ਕਰ ਸੂਤਕ ਮੰਨੀਐ। ਜੇ ਤੁਹਾਡੇ ਕਹਿਣ ਮੁਤਾਬਕ ਸੂਤਕ ਨੂੰ ਮੰਨ ਲਈਏ ਬਈ ਕਿਸੇ ਦੇ ਜਨਮ ਲੈਣ ਨਾਲ ਸੂਤਕ ਹੋ ਜਾਂਦਾ, ਫਿਰ ਸਭ ਤੈ ਸੂਤਕ ਹੋਏ। ਫਿਰ ਸੂਤਕ ਹਰ ਜਗ੍ਹਾ ਤੇ, ਸੂਤਕ ਹਰ ਇੱਕ ਦੇ ਘਰ ਹੈ। ਸੂਤਕ ਤੋਂ ਤੁਸੀਂ ਕਿਵੇਂ ਬਚ ਸਕਦੇ? ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਕੈਸੀ ਕਮਾਲ ਦੀ ਬਾਤ ਕਹੀ। ਆਖਿਆ ਹਰ ਘਰ ਵਿੱਚ ਗੋਹੇ ਵੀ ਬਾਲੇ ਜਾਂਦੇ ਨੇ, ਲੱਕੜੀਆਂ ਵੀ ਬਾਲੀਆਂ ਜਾਂਦੀਆਂ। ਕਿਤਨੀ ਸਰਲ ਤੇ ਸੌਖੀ ਬਾਤ ਸੁਣੀ। ਕੀ ਉਹਨਾਂ ਬਾਹਮਣਾਂ ਦੇ ਘਰ ਗੋਹੇ ਨਹੀਂ ਹੁੰਦੇ? ਕੀ ਉਹਨਾਂ ਬਾਹਮਣਾਂ ਦੇ ਘਰ ਲੱਕੜੀਆਂ ਨਹੀਂ ਬਲਦੀਆਂ? ਤੇ ਸਾਰੇ ਗ੍ਰਸਤੀਆਂ ਦੇ ਘਰ ਗੋਹੇ ਵੀ ਹਨ ਤੇ ਲੱਕੜੀਆਂ ਵੀ ਹਨ। ਤੇ ਅਕਸਰ ਦੇਖਣ ਵਿੱਚ ਆਇਆ ਕਿ ਗੋਹੇ ਵਿੱਚ ਵੀ ਕੀੜੇ ਪੈਦਾ ਹੋ ਜਾਂਦੇ, ਲੱਕੜੀਆਂ ਵਿੱਚ ਵੀ ਕੀੜੇ ਪੈਦਾ ਹੋ ਜਾਂਦੇ। ਤੇ ਆਖਿਆ ਹੁਣ ਕੌਣ ਗਿਣਦਾ ਹੈ ਕਿ ਕਿਹਦੇ ਗੋਹੇ 'ਚ ਕਿੰਨੇ ਕੀੜੇ ਪੈਦਾ ਹੋਏ ਤੇ ਕਿੰਨੀਆਂ ਲੱਕੜੀਆਂ? ਕਹਿਣ ਦਾ ਮਤਲਬ ਹਰ ਘਰ ਵਿੱਚ ਗੋਹੇ ਵੀ ਬਾਲੇ ਜਾਂਦੇ ਨੇ, ਲੱਕੜੀਆਂ ਵੀ ਬਾਲੀਆਂ ਜਾਂਦੀਆਂ ਨੇ, ਔਰ ਉਹਨਾਂ ਗੋਹਿਆਂ ਤੇ ਲੱਕੜੀਆਂ ਵਿੱਚ ਵੀ ਜੀਵ ਪੈਦਾ ਹੋ ਜਾਂਦੇ ਨੇ। ਜੇ ਕਰ ਸੂਤਕ ਮੰਨੀਐ, ਸਭ ਤੈ ਸੂਤਕ ਹੋਏ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨ ਕੋਏ। ਆਖਿਆ ਜਿਤਨੇ ਵੀ ਅੰਨ ਦੇ ਦਾਣੇ ਹਨ ਉਹਨਾਂ ਸਾਰਿਆਂ ਵਿੱਚ ਜੀਵ ਹੁੰਦੇ ਹਨ। ਭਾਵ ਜੀਵ ਤੋਂ ਬਿਨਾਂ ਕੁਝ ਵੀ ਨਹੀਂ। ਮੈਂ ਇੱਕ ਘਟਨਾ ਕਈ ਵਾਰੀ ਸੁਣਾਇਆ ਕਰਦਾ ਕਿ ਮੈਂ ਇੱਕ ਦਫਾ ਚੰਡੀਗੜ੍ਹ 34 ਸੈਕਟਰ ਕਥਾ ਕਰਨ ਲਈ ਗਿਆ ਤੇ ਕਿਸੇ ਭੈਣ ਜੀ ਨੇ ਬੜੇ ਪਿਆਰ ਨਾਲ ਕਿਹਾ ਕਿ ਅੱਜ ਰਾਤ ਤੁਸੀਂ ਸਾਡੇ ਘਰ ਠਹਿਰੋ। ਤੇ ਮੈਂ ਸਵੇਰੇ ਅੱਗੇ ਹੁਸ਼ਿਆਰਪੁਰ ਜਾਣਾ ਸੀ। ਮੈਂ ਕਿਹਾ ਭੈਣ ਜੀ ਮੈਂ ਜਲਦੀ ਜਾਣਾ। ਕਹਿਣ ਲੱਗੇ ਕੋਈ ਗੱਲ ਨਹੀਂ, ਤੁਸੀਂ ਜਿੰਨੇ ਵਜੇ ਜਾਣਾ ਹੋਵੇਗਾ ਮੈਂ ਉਸੇ ਵੇਲੇ ਤੁਹਾਨੂੰ ਵਿਦਾ ਕਰ। ਤਾਂ ਉਹਨਾਂ ਨੇ ਸਵੇਰੇ ਸਵੇਰੇ ਮੇਰੇ ਵਾਸਤੇ ਦਲੀਆ ਤਿਆਰ ਕੀਤਾ। ਤੇ ਕੁਦਰਤੀ ਕਹਿੰਦੇ ਨੇ ਦਲੀਏ ਵਿੱਚ ਸੁੰਡੀਆਂ ਬੜੀ ਛੇਤੀ ਪੈਦਾ ਹੋ ਜਾਂਦੀ। ਤੋ ਸਵੇਰੇ ਸਵੇਰੇ ਉਹਨਾਂ ਨੇ ਦਲੀਆ ਬਣਾਇਆ ਤੇ ਜਦੋਂ ਮੇਰੇ ਅੱਗੇ ਧਰਿਆ
ਤੇ ਲਾਈਟ ਦੇ ਵਿੱਚ ਉਸ ਦਲੀਏ ਬਣੇ ਹੋਏ ਵਿੱਚ ਸੁੰਡੀਆਂ ਨਜ਼ਰ ਆਉਣ। ਮੈਂ ਇੱਕ ਕੱਢੀ, ਦੋ ਕੱਢੀਆਂ, ਚਾਰ ਕੱਢੀਆਂ, ਕਿੰਨੀਆਂ ਕੁ ਕੱਢਾਂ। ਭੈਣ ਜੀ ਨੂੰ ਫਿਕਰ ਹੋ ਗਿਆ, ਕਹਿਣ ਲੱਗੇ ਵੀਰ ਜੀ ਮੈਂ ਬਦਾਮ ਬਰੀਕ ਕੱਟ ਕੇ ਪਾਇਆ ਇਹਦੇ ਵਿੱਚ, ਹੁਣ ਉਹ ਬਦਾਮ ਕਹਿ ਰਹੇ ਨੇ ਮੈਨੂੰ ਸੁੰਡੀਆਂ ਨਜ਼ਰ ਆਉਂਦੀਆਂ। ਮੇਰਾ ਕਹਿਣ ਦਾ ਮਤਲਬ ਮੇਰੇ ਬਾਬੇ ਨੇ ਕੈਸੇ ਭਰਮ ਕੱਢੇ। ਜਿਹੜਾ ਅਸੀਂ ਅੰਨ ਘਰ ਵਿੱਚ ਰੱਖਦੇ ਹਾਂ ਉਹਦੇ ਵਿੱਚ ਵੀ ਸੁਸਰੀ ਪੈਦਾ ਹੋ ਜਾਂਦੀ, ਚਿੱਟੇ ਛੋਲਿਆਂ ਵਿੱਚ ਐਨ ਵਿੱਚ ਵੜ ਜਾਂਦੀ ਸੁਣ। ਜਦੋਂ ਤੀਕਰ ਉਹਨੂੰ ਉਬਾਲੋ ਨਾ, ਸੇਕ ਨਾ ਲਾਓ, ਨਿਕਲਦੀ ਨਹੀਂ। ਤਾਂ ਬਾਬੇ ਨੇ ਐਸੀ ਦਲੀਲ ਦਿੱਤੀ, ਆਖਿਆ ਉਹ ਬਾਹਮਣੋ ਕਿਉਂ ਲੋਕਾਂ ਨੂੰ ਭਰਮਾਂ ਵਿੱਚ ਪਾਉਂਦੇ ਹੋ। ਕੋਈ ਕਿੱਡਾ ਵੱਡਾ ਬਾਹਮਣ ਹੋਵੇ, ਕੋਈ ਕਿੱਡਾ ਵੱਡਾ ਭਰਮੀ ਹੋਵੇ, ਕਿੰਨਾ ਵੱਡਾ ਪ੍ਰਚਾਰਕ, ਕੌਣ ਇਸ ਗੱਲ ਨੂੰ ਕੱਟੇ। ਫਿਰ ਆਖਿਆ ਪਹਿਲਾ ਪਾਣੀ ਜੀਓ ਹੈ। ਸਭ ਤੋਂ ਪਹਿਲਾਂ ਸਾਰਿਆਂ ਦੀ ਜਿੰਦ ਜਾਨ ਪਾਣੀ ਹੈ। ਰੋਜ਼ ਅਸੀਂ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ, ਦਾਇਆ ਖੇਲੇ ਤਗਲ ਜਗਤ। ਭਾਈ ਜੇ ਪਾਣੀ ਪਿਤਾ ਧਰਤੀ ਮਾਂ ਤੇ ਨਾ ਵਸੇ, ਇੱਥੋਂ ਕੁਝ ਪੈਦਾ ਹੀ ਨਹੀਂ ਹੋ ਸਕਦਾ। ਫਿਰ ਪਾਣੀ ਬਿਨਾਂ ਸਾਡਾ ਭੋਜਨ ਨਹੀਂ ਤਿਆਰ ਹੋ ਸਕਦਾ। ਪਾਣੀ ਤੋਂ ਬਿਨਾਂ ਕੋਈ ਜੀਵ ਜਿਉਂਦਾ ਨਹੀਂ ਰਹਿ ਸਕਦਾ। ਪਾਣੀ ਤੋਂ ਬਿਨਾਂ ਕੋਈ ਫਸਲ ਨਹੀਂ ਪੈਦਾ ਹੁੰਦੀ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਬ੍ਰਾਹਮਣੋ ਪਹਿਲਾ ਪਾਣੀ ਜੀਓ ਹੈ। ਸਭ ਤੋਂ ਪਹਿਲਾ ਜੀਵ ਤੇ ਪਾਣੀ ਹੈ। ਜਿਤ ਹਰਿਆ ਸਭ ਕੋਏ, ਜਿਸ ਪਾਣੀ ਕਰਕੇ ਸਾਰੀ ਖੇਤੀ ਹਰੀ ਭਰੀ ਹੁੰਦੀ, ਸਾਰੀਆਂ ਫਸਲਾਂ ਉਗਦੀਆਂ ਹਨ। ਪਾਣੀ ਤੋਂ ਬਿਨਾਂ ਦੱਸੋ ਕੀ। ਤੇ ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵੈ ਰਸੋਏ। ਆਥਾ ਸੂਤਕ ਕਿਵੇਂ ਰੱਖਿਆ ਜਾ ਸਕਦਾ। ਭਾਵ ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਹੀ ਬੜਾ ਕਠਿਨ ਹੈ, ਕਿਉਂਕਿ ਇਸ ਤਰ੍ਹਾਂ ਤਾਂ ਹਰ ਵੇਲੇ ਰਸੋਈ ਵਿੱਚ ਸੂਤਕ ਪਿਆ ਰਹਿੰਦਾ। ਪਾਣੀ ਤੋਂ ਬਿਨਾਂ ਆਟਾ ਨਹੀਂ ਗੁੱਝ ਸਕਦਾ, ਪਾਣੀ ਤੋਂ ਬਿਨਾਂ ਦਾਲ ਨਹੀਂ ਬਣ ਸਕਦੀ, ਪਾਣੀ ਤੋਂ ਬਿਨਾਂ ਕਿਹੜਾ ਕੰਮ ਹੋ ਸਕਦਾ। ਤੇ ਜੇ ਮੰਨ ਲਈਏ ਕਿ ਪਾਣੀ ਜੀਵ ਹੈ ਤੇ ਜੀਵ ਪਾਣੀ ਤੋਂ ਬਿਨਾਂ ਕੁਝ ਹੁੰਦਾ ਨਹੀਂ, ਤਾਂ ਪਾਤਸ਼ਾਹ ਨੇ ਕਿਹਾ ਪਹਿਲਾ ਪਾਣੀ ਜੀਓ ਹੈ। ਜਿਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵੈ ਰਸੋਏ। ਆਖਿਆ ਸੂਤਕ ਤੋਂ ਕਿਵੇਂ ਬਚਿਆ ਜਾ ਸਕਦਾ। ਇਹ ਤੁਸੀਂ ਬਹੁਤ ਵੱਡੇ ਭੁਲੇਖੇ ਵਿੱਚ ਹੋ, ਕਿਉਂਕਿ ਹਰ ਵੇਲੇ ਸਾਡੀ ਰਸੋਈ ਵਿੱਚ ਸੂਤਕ ਪਿਆ ਰਹਿੰਦਾ। ਪਾਣੀ ਤੋਂ ਬਿਨਾਂ ਕੋਈ ਕਾਰਜ ਹੋ ਨਹੀਂ ਸਕਦਾ। ਨਾਨਕ ਸੂਤਕ ਏਵ ਨ ਉਤਰੈ, ਗਿਆਨ ਉਤਾਰੈ ਧੋਏ। ਆਖਿਆ ਜਿਹੜਾ ਸੂਤਕ ਦਾ ਭਰਮ ਤੁਸੀਂ ਪੈਦਾ ਕੀਤਾ, ਇਹ ਮਨ ਤੋਂ ਕਦੇ ਉਤਰ ਨਹੀਂ ਸਕਦਾ। ਇਹਨੂੰ ਤੇ ਇੱਕੋ ਤਰੀਕੇ ਨਾਲ ਉਤਾਰਿਆ ਜਾ ਸਕਦਾ, ਉਹ ਹੈ ਪ੍ਰਭੂ ਦਾ ਗਿਆਨ। ਜੇ ਪ੍ਰਭੂ ਦਾ ਗਿਆਨ ਹੋ ਜਾਏ ਫਿਰ ਇਹ ਸੂਤਕ ਸਾਡੇ ਮਨ ਤੋਂ ਉਤਰ ਜਾਏ। ਇਹ ਸਭ ਪਰਮਾਤਮਾ ਦੀ ਖੇਡ ਹੈ। ਮਹਾਰਾਜ ਨੇ ਤਾਂ ਕਿਹਾ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਫਿਰ ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਨ ਰਿਜ਼ਕ ਸਮਾਏ। ਆਖਿਆ ਸਾਰੀ ਉਸ ਪਰਮਾਤਮਾ ਦੀ ਆਪਣੀ ਖੇਡ ਹੈ। ਤੁਸੀਂ ਐਵੇਂ ਭਰਮਾਂ ਵਿੱਚ ਪਏ ਹੋਏ ਲੋਕਾਂ ਨੂੰ ਵੀ ਭਰਮਾਂ ਵਿੱਚ ਪਾ ਰਹੇ। ਸੱਚੇ ਪਾਤਸ਼ਾਹ ਦੀ ਸੱਚੀ ਬਾਣੀ ਸੁਣ ਕੇ ਬ੍ਰਾਹਮਣਾਂ ਨੂੰ ਸਾਧੂਆਂ ਨੂੰ ਠੰਡ ਪੈ ਗਈ। ਉਹ ਨਿਰੁੱਤਰ ਹੋ ਗਏ, ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਫਿਰ ਪਾਤਸ਼ਾਹ ਕਹਿਣ ਲੱਗੇ ਉਹ ਭਲਿਓ ਲੋਕੋ, ਜਿਹੜੇ ਸੂਤਕ ਤੋਂ ਬਚਣਾ ਚਾਹੀਦਾ ਉਹਦੇ ਵੱਲ ਤੁਹਾਡਾ ਕੋਈ ਧਿਆਨ ਨਹੀਂ। ਉਹ ਕਿਹੜਾ ਸੂਤਕ ਹੈ। ਆਖਿਆ ਮਨ ਕਾ ਸੂਤਕ ਲੋਭ ਹੈ। ਮਨ ਨੂੰ ਲੋਭ ਦਾ ਸੂਤਕ ਚੰਬੜਿਆ ਹੋਇਆ। ਦੱਸੋ ਤੁਹਾਡੇ ਵਿੱਚੋਂ ਕਿਹੜਾ ਬਚਿਆ। ਕਿਹਨੇ ਲੋਭ ਤਿਆਗਿਆ ਹੈ। ਸਾਰੇ ਲੋਭ ਦਾ ਸ਼ਿਕਾਰ ਨੇ।
बड़े बड़े त्यागी बैरागी कहाउण वाले भी इस लोभ तो नहीं बच सके। बाबे ने तो कहा जिन कीने वसे अपने त्रैगुण भमन चतुर संसारा जग इशनान ताप थान खंडे क्या ए जंत विचारा। इस लोभ ने सारे लोगों नूं अपने घेरे विच लिया होया। तो मन का सूतक लोभ है। जे तुसी अपने आप नूं पवित्र करना है तो मन तो लोभ नूं हटाओ, क्योंकि पातशाह ने इस लब नूं कुत्ता किया, कूड़ नूं चूड़ा किया। होर भी कई साखियां ने। कहते ने एक बारी गुरु नानक पातशाह हरिद्वार गए ते उत्थे एक ब्राह्मण गऊ दे गोबर नाल चौका दे के गंगा दे पानी विच लकड़ियां धो के चौका चूल्हा करके अपना भोजन तैयार कर रहा सी। ते महाराज सच्चे पातशाह भाई मरदाना जी नूं कहन लगे, मरदाना जी थोड़ी जी तुसी भी अग लै आओ, आपां भी लंगर पानी दा आहर कर लीए। भाई मरदाना जी ते 7 बचनिए सिख सन। कहते 7 बचन जी चले गए ते जाके पंडित नूं कहन लगे, पंडित जी थोड़ी जी अग सानू दे दिओ। पंडित कहता तू कौन है? कहते मैं मरासी। वो तो पंडित सुन के अग बगोला हो गया। उन्हें थोड़ी जी अग की देनी सी ते बलदी चुआती चुक के मरदाना जी दे पिछे दौड़े। मरदाना जी ने छूट पट्टी ते आ गए गुरु नानक पातशाह। कहन लगे की गल मरदाना जी? कहते महाराज तुहाडे हुक्म नाल अग मंगी सी, अगों ब्राह्मण चुआती लैके मारन पै गए। इन्नी देर नूं ब्राह्मण पहुँच गया। महाराज कहन लगे की गल पंडित जी, की गुनाह हो गया? कहना जी इस नीच ने मेरा चूल्हा चौंका पिट दिता है। मैं ब्राह्मण, मैं गंगा विच इशनान किया, मैं लकड़ियां गंगा दे पानी नाल धोतियां, मैं गऊ दे गोबर दा चौका दिता। पातशाह कहंदे पंडित जी बाहरले शूदरां दा ते तुसीं बचा कर लिया, ते जिहड़े तुहाडे अंदर ने? आंदा मेरे अंदर, मैं ब्राह्मण, मेरे अंदर की शूदर हो सकदा? कहंदे नहीं नहीं, तुहाडे अंदर कबुध डूमणी खुदया कसायण पर निंदा कट चूड़ी मुट्ठी क्रोध चंडाल कारी कड्डी क्या थिए जां चारे बैठियां नाल। तो कहने का मतलब मन का सूतक लोभ है, जेवा सूतक कूड़, ते जीबा नूं सूतक चंबड़िया होया झूठ बोलण दा। मारो अपने अपने अंदर चाहत कि किसी ने लोभ त्याग्या, किसी ने कूड़ त्याग्या। फिर अखी सूतक वेखना पर त्रे पर धन रूप। आख्या अखां नूं भी सूतक चंबड़िया होया। जदों असी पर त्रे पर धन रूप, पर त्रे का मतलब है पराई इस्त्री, ते पर धन का मतलब है पराया धन, ते रूप सुंदरता देख के मन विच विकार पैदा करते हाँ ये अखां नूं सूतक चंबड़िया होया है। ते कन्नी सूतक कन्न पै, कन्ना नूं भी सूतक चंबड़िया। जिहड़ा असी चुगलियां सुनते हाँ, दूजियां दियां चुगलियां सुनते हाँ, निंदिया सुनते हाँ, ये कन्ना नूं सूतक चंबड़िया होया। इस तरह दे सूतक नाल लिबड़े होण करके नानक हंसा आदमी बद्धे जमपुर जाहे। नानक जी फरमांदे ने इहो जे मनुख ਜਿਹੜੇ ਵੇਖਣ ਨੂੰ ਭਾਵੇਂ ਹੰਸਾਂ ਵਰਗੇ ਸੋਹਣੇ ਹੋਣ, ਪਰ ਇਸ ਤਰ੍ਹਾਂ ਦੇ ਦੋਸ਼ ਕਰਕੇ ਉਹ ਸੰਸਾਰ ਤੋਂ ਬੱਧੇ ਹੋਏ ਨਰਕਾਂ ਵਿੱਚ ਜਾਂਦੇ। ਸਾਧ ਸੰਗਤ ਬਾਣੀ ਕੋਈ ਬਹੁਤ ਔਖੀ ਨਹੀਂ, ਪਰ ਜੋ ਬਾਬੇ ਨੇ ਬਾਣੀ ਵਿੱਚ ਸਮਝਾਇਆ ਉਹਨੂੰ ਅਸੀਂ ਸਮਝੀਏ, ਉਹਦੇ ਤੋਂ ਬਚਣ ਦਾ ਯਤਨ ਕਰੀਏ, ਫਿਰ ਸਾਨੂੰ ਪਤਾ ਲੱਗੇਗਾ ਕਿ ਵਾਕਈ ਬਾਣੀ ਤਾਂ ਗੁਰੂ ਹੈ। ਬਾਣੀ ਤਾਂ ਉਹ ਪ੍ਰਕਾਸ਼ ਦਾਤਾ ਹੈ ਜੋ ਸਾਡੀ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਦੀ ਹੈ।
ਇਸੇ ਲਈ ਪਾਤਸ਼ਾਹ ਨੇ ਕਿਹਾ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਤੋ ਸਾਧ ਸੰਗਤ, ਇਹ ਸ਼ਲੋਕ ਯਾਦ ਕਰੋ, ਇਸ ਸ਼ਲੋਕ ਦੀ ਵਿਚਾਰ ਕਰੋ, ਕਦੇ ਭੁੱਲ ਕੇ ਵੀ ਇਸ ਭਰਮ ਵਿੱਚ ਨਹੀਂ ਪੈਣਾ। ਜੀਵਾਂ ਦਾ ਜੰਮਣਾ, ਜੀਵਾਂ ਦਾ ਮਰਨਾ, ਇਹ ਸਭ ਅਕਾਲ ਪੁਰਖ ਦੇ ਹੁਕਮ ਵਿੱਚ ਹੈ। ਇਉਂ ਗੁਰਸਿੱਖਾਂ ਦੇ ਹਿਰਦੇ ਵਿੱਚੋਂ ਇਹ ਸੂਤਕ ਦਾ ਭਰਮ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੱਢਿਆ ਔਰ ਸਾਰੇ ਸੰਸਾਰ ਨੂੰ ਸਮਝਾਇਆ, ਭਾਈ ਨਾਨਕ ਸੂਤਕ ਏਵ ਨ ਉਤਰੈ, ਗਿਆਨ ਉਤਾਰੈ ਤੋਏ। ਆਓ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਗਿਆਨ ਪ੍ਰਾਪਤ ਕਰੀਏ, ਫਿਰ ਇੱਕ ਸੂਤਕ ਦਾ ਭਰਮ ਜਿਹੜਾ ਇਹ ਸਾਡੇ ਅੰਦਰੋਂ ਸਦਾ ਸਦਾ ਲਈ ਮੁੱਕ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।